जिस दिन इंदिरा गांधी की डेथ हुई है 31 अक्तूबर 1984 ਨੂੰ ਨਾ ਤੇ ਹਿੰਦੂ ਤੇ ਨਾ ਸਿੱਖ ਕਿਸੇ ਨੂੰ ਕੋਈ ਰੋਸ ਨਹੀਂ ਸੀਗਾ। ਮੈਂ ਤਾਂ ਕਿਸੇ ਨੂੰ ਕੋਈ ਰੋਸ ਦੇਖਿਆ ਨਹੀਂ, ਨਾ ਮੈਂ ਹਿੰਦੂਆਂ 'ਚ ਵੀ ਨਹੀਂ ਦੇਖਿਆ ਕੋਈ ਰੋਸ। ਦੂਜਾ ਅੱਗ ਵਿੱਚ ਕਿਉਂ ਪਾਇਆ ਸੀਗਾ ਅਮਿਤਾਭ ਬੱਚਨ ਨੇ। ਸਤਿ ਸ਼੍ਰੀ ਅਕਾਲ ਦੋਸਤੋ ਜੀ, ਸਾਡਾ USA ਤੇ ਤੁਹਾਡਾ ਸਵਾਗਤ ਹੈ। ਭਾਰਤ ਅੰਦਰ ਸਿੱਖਾਂ ਨਾਲ ਕੀ ਹੋਇਆ, ਕੀ ਹੋ ਰਿਹਾ, ਇਸ ਬਾਬਤ ਬਹੁਤ ਵਾਰ ਚਰਚਾ ਹੋਈ ਹੈ, ਪਰ ਅੱਜ ਅਸੀਂ ਇਹੋ ਜਿਹੇ ਸ਼ਖਸ ਨਾਲ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਉਹ ਜੋ ਸਿੱਖਾਂ ਨਾਲ ਹੋਇਆ ਉਹ ਆਪਣੇ ਪਿੰਡੇ ਤੇ ਹੰਢਾਇਆ, ਉਹਨਾਂ ਨੂੰ ਕਲਮਬੰਦ ਕੀਤਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਲਗਭਗ ਉਸ ਦੌਰ ਦੀਆਂ 42 ਕਿਤਾਬਾਂ ਜਿਹੜੀਆਂ ਹੈਗੀਆਂ ਉਹ ਪੰਜਾਬੀ ਦੇ ਵਿੱਚ ਆਈਆਂ, ਔਰ ਇੱਕ ਦੋ ਜਿਹੜੇ ਫੋਰਨ ਰਾਈਟਰਾਂ ਨੇ ਲਿਖੀਆਂ। ਮੈਂ ਗੱਲ ਕਰ ਰਿਹਾ ਜੀ ਸਿੱਖ ਜੈਨੋਸਾਈਡ 1984 ਅਤੇ ਮਿਲਟਰੀ ਆਪਰੇਸ਼ਨ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ ਭਾਰਤੀ ਫੌਜ ਵੱਲੋਂ ਸਾਕਾ ਨੀਲਾ ਤਾਰਾ ਤੋਂ ਬਾਅਦ, ਸਾਕਾ ਨੀਲਾ ਤਾਰਾ, ਉਸ ਬਾਬਤ ਬਹੁਤ ਕਿਤਾਬਾਂ ਆਈਆਂ। ਅੱਜ ਮੇਰੇ ਨਾਲ ਸਰਦਾਰ ਅਜਮੇਰ ਸਿੰਘ ਜੀ ਰੰਧਾਵਾ ਉਹ ਜੁੜੇ ਹਨ। ਉਹਨਾਂ ਨੇ ਇਸ ਬਾਬਤ ਪੰਥ ਦੀ ਝੋਲੀ ਦੇ ਵਿੱਚ 2 ਕਿਤਾਬਾਂ ਪਾਈਆਂ ਜਿਹੜੀਆਂ ਬਹੁਤ ਅਮੁੱਲ ਨੇ। ਇਹ ਅਮੁੱਲ ਇਸ ਕਰਕੇ ਹੈ ਕਿਉਂਕਿ ਇਸ ਕਿਤਾਬਾਂ ਦੇ ਵਿੱਚ ਉਹ ਤੱਥ ਲਿਖੇ ਹੈ ਜਿਹੜੇ ਸਾਨੂੰ ਅੱਜ ਤੱਕ ਨਹੀਂ ਪਤਾ ਸੀ, ਪਰ ਉਹ ਭਾਸ਼ਾ ਦੇ ਵਿੱਚ ਲਿਖੇ ਹੈ ਜਿਹੜੀ ਇੰਟਰਨੈਸ਼ਨਲ ਭਾਸ਼ਾ ਹੈ, ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਉਹ ਕਿਤਾਬਾਂ ਲਿਖੀਆਂ ਜਿਸ ਬਾਬਤ ਤੁਸੀਂ ਦੁਨੀਆ ਭਰ ਦੇ ਲੋਕਾਂ ਨੂੰ ਦੱਸ ਸਕਦੇ ਹੋ ਵੀ ਜੋ ਯਹੂਦੀਆਂ ਨਾਲ ਹੋਇਆ ਉਸ ਤੋਂ ਵੱਧ ਕਿਤੇ ਸਿੱਖਾਂ ਨਾਲ ਹੋਇਆ। 1984 ਦੁਨੀਆ ਦੀ ਸਭ ਤੋਂ ਵੱਡੀ ਸੋ ਕਾਲ ਡੈਮੋਕ੍ਰੈਟਿਕ ਮੁਲਕ ਦੇ ਵਿੱਚ, ਔਰ ਉਸ ਮੁਲਕ ਦੀ ਕੈਪੀਟਲ ਦੇ ਵਿੱਚ ਜਿੱਥੋਂ ਇਹ ਸ਼ੁਰੂਆਤ ਹੋਈ ਹੈ। ਮੇਰੇ ਨਾਲ ਮੌਜੂਦ ਨੇ ਸਰਦਾਰ ਅਜਮੇਰ ਸਿੰਘ ਜੀ ਰੰਧਾਵਾ। ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਧੰਨਵਾਦੀ ਹਾਂ ਸਾਡਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੈਂ ਜੀ ਆਇਆਂ ਆਪਦੇ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, ਮੈਂ ਤੁਹਾਨੂੰ ਦਿਖਾਉਣਾ ਇਹ ਮੇਰੇ ਦਰਸ਼ਕਾਂ ਨੂੰ ਜਿਹੜੀਆਂ ਬੁੱਕਸ ਹੈਗੀਆਂ, ਇਹਨਾਂ ਦੀਆਂ ਜਿਹੜੀਆਂ ਹੈਗੀਆਂ 2 ਕਿਤਾਬਾਂ ਜੋ ਮੇਰੇ ਕੋਲ USA ਦੇ ਵਿੱਚ ਅਵੇਲੇਬਲ ਹੈਗਾ। ਕੋਈ ਵੀ ਸੱਜਣ ਮਿੱਤਰ ਇਹਨੂੰ USA ਦੇ ਵਿੱਚ, ਕੈਨੇਡਾ ਦੇ ਵਿੱਚ ਪੜ੍ਹਨਾ ਚਾਹੇ ਉਹ ਆਪਣਾ ਜਿਹੜਾ ਸਾਨੂੰ ਈਮੇਲ ਕਰਕੇ ਆਪਣਾ ਐਡਰੈਸ ਲਿਖਾ ਸਕਦਾ ਹੈ, ਅਸੀਂ ਉਹਨਾਂ ਤਾਈਂ ਪਹੁੰਚ ਕਰਾਂਗੇ ਇਹ ਕਿਤਾਬਾਂ। ਔਰ ਇਸ ਤੋਂ ਇਲਾਵਾ ਜੇ ਕੋਈ ਇੰਡੀਆ ਦੇ ਵਿੱਚ ਵੀ ਸਾਡਾ ਕੋਈ ਸੱਜਣ ਰਾਜਸਥਾਨ, ਪੰਜਾਬ ਦੇ ਵਿੱਚ ਕੋਈ ਚਾਹੁੰਦਾ ਹੋਵੇ, ਕਿਸੇ ਨੇ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਹੋਵੇ, ਉਹ ਸਾਨੂੰ ਦੱਸ ਸਕਦਾ। ਅਜਮੇਰ ਸਿੰਘ ਜੀ, ਪਹਿਲਾਂ ਤੁਸੀਂ ਥੋੜ੍ਹਾ ਆਪਣੇ ਬਾਰੇ ਦੱਸੋ। ਤੁਹਾਡਾ ਜਨਮ ਕਿੱਥੋਂ ਦਾ, ਤੁਸੀਂ ਕਿੱਥੇ ਐਜੂਕੇਸ਼ਨ ਲਈ ਔਰ ਕੀ ਜੌਬ ਕਰਦੇ ਸੀ, ਔਰ ਉਸ ਸਮੇਂ ਤੁਹਾਡੀ ਕਿੰਨੀ ਉਮਰ ਸੀ ਜਦੋਂ ਇਹ ਸਾਕਾ ਹੋਇਆ? ਸਰ, ਮੇਰਾ ਜਨਮ ਹੈਗਾ 1950 ਦਾ, 10 ਜੁਲਾਈ 1950। ਇਸ ਵਕਤ 70 ਪਲੱਸ ਹੋ ਚੁੱਕਾ ਮੈਂ। 84 ਦੇ ਵਿੱਚ ਨੈਕਚੁਅਲ ਮੈਂ 34 ਈਅਰ 34 ਸਾਲ ਦਾ ਸੀਗਾ। ਮੇਰਾ ਜਨਮ ਤੇ ਮੇਰਾ ਪਾਲਣ ਪੋਸ਼ਣ ਦੇਹਰਾਦੂਨ ਹੋਇਆ। UP ਅੱਜ ਕੱਲ੍ਹ ਉੱਤਰਾਖੰਡ ਦੀ ਰਾਜਧਾਨੀ ਹੈ ਦੇਹਰਾਦੂਨ। ਇਹ ਐਜੂਕੇਸ਼ਨ ਹੱਬ ਕਹਿਲਾਉਂਦੀ ਸੀ। ਇੰਡੀਆ ਦਾ ਸਭ ਤੋਂ ਵਧੀਆ ਐਜੂਕੇਸ਼ਨ ਸੈਂਟਰ ਅਗਰ ਕੋਈ ਸੀਗਾ ਤਾਂ ਉਹ ਦੇਹਰਾਦੂਨ ਹੈ। ਮੰਨੇ ਹੋਏ ਕਨਵੈਂਟ, ਮੰਨੇ ਹੋਏ ਸਕੂਲ, ਕਾਲਜ ਦੇਹਰਾਦੂਨ ਉਦੋਂ ਵੀ ਸੀਗੇ, ਅੱਜ ਵੀ ਹੈਗੇ। ਬ੍ਰਿਟਿਸ਼ਰਸ ਨੇ ਹੀ ਇਸਨੂੰ ਐਜੂਕੇਸ਼ਨ ਹੱਬ ਬਣਾਇਆ ਸੀ। ਡੂਨ ਸਕੂਲ, ਵੈਲਮ ਸਕੂਲ और बथेरे टॉप क्लास स्कूल इतने है ने, मसूरी, देहरादून कट्ठा, और बहुत ही टॉप क्लास इंस्टीट्यूशन इतने है और अज भी है। इस करके चाहे वो एक गल जरूर है कि चाहे वो स्कूल कोई भी हो, चाहे टॉप का स्कूल हो, दूर स्कूल हो, चाहे छोटे छोटे मैं कह सकता सरकारी स्कूल क्यों ना हो, पर एजुकेशन स्टैंडर्ड हर जगह अच्छा सी। साडे टाइम के उत्ते मैं गल कह सकदा बड़े अच्छे से सानू लोग साडे टीचर समझाते थे, पढ़ाते थे। असीं इन्ने ठीक है दूर स्कूलों के स्कूलों असीं लोग नहीं पढ़े, ऑर्डनरी एजुकेशन लईए, पर यह कि सानू टीचर साडे बड़े अच्छे सी। मैं उत्थे पहला मैं मैट्रिक पढ़ाई सी गांधी इंटरमीडिएट स्कूल दे, फिर उसदे बाद गुरु नानक कॉलेज और DAV कॉलेज वगैरह विच, लक्ष्मी विद्यालय वगैरह कॉलेज में एजुकेशन लैके BSc कीती सी मैं। अजमेर सिंह जी, केमिस्ट्री, जूलॉजी, बॉटनी का।
1984 ਦੇ ਵਿੱਚ ਜਦੋਂ ਇਹ ਸਾਰਾ ਕੁਝ ਹੁੰਦਾ ਹੈ, ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਉਦੋਂ ਤੁਸੀਂ ਕੀ ਕੰਮ ਕਰਦੇ ਸੀ? ਉਦੋਂ मैं ਦਿੱਲੀ 34 ਸੀ? साल का सीगा जी उदों। जी। नहीं, देहरादून सीगा जी मैं उस वेले, और मेरी उम्र उस वेले 34 साल सीगी। ਸਾਡੇ ਫਾਦਰ ਨੇ ਟਰਾਂਸਪੋਰਟ ਬਿਜ਼ਨਸ ਸ਼ੁਰੂ ਕੀਤਾ ਹੋਇਆ ਸੀਗਾ, ਟੈਕਸੀਜ਼ ਵਗੈਰਾ ਦਾ ਸੀਗਾ। ਮੈਂ ਉਹਨਾਂ ਨਾਲ ਉਸ ਵੇਲੇ ਉਸ ਬਿਜ਼ਨਸ ਨੂੰ ਦੇਖਦਾ ਸੀਗਾ, ਔਰ ਮੈਂ ਕਹਿੰਦਾ ਅਸੀਂ ਆਪਰੇਟਰ ਸੀਗੇ, ਟਰਾਂਸਪੋਰਟ ਆਪਰੇਟਰ ਸੀਗੇ। ਠੀਕ ਹੈ। ਤੇ ਇਹ ਮੈਂ ਪਹਿਲਾਂ ਜ਼ਿਕਰ ਕਰੂੰਗਾ ਤੁਹਾਡੀ ਕਿਤਾਬ ਸਿੱਖ ਜੈਨੋਸਾਈਡ ਇੰਡੀਆ 1984, ਇਹ ਬਲੈਕ ਸਪੌਟ ਔਨ ਡੈਮੋਕ੍ਰੇਸੀ। ਤੁਸੀਂ ਇਸ ਬੁੱਕ ਬਾਰੇ ਥੋੜਾ ਬਹੁਤ ਚਾਨਣਾ ਪਾਓ ਵੀ ਕੀ ਕੁਛ ਤੁਸੀਂ ਦਰਸ਼ਕਾਂ ਨੂੰ ਦੱਸੋ ਵੀ ਕੀ ਤੁਸੀਂ, ਵੈਸੇ ਤਾਂ ਜੋ ਇਹਦਾ ਟਾਈਟਲ ਪੇਜ ਤੇ ਤੁਸੀਂ ਇਹ ਜੋ ਲਿਖਿਆ ਹੈਗਾ, ਇਹ ਇੱਕ ਤਰ੍ਹਾਂ ਦਾ ਸਮਰੀ ਹੈ ਬੁੱਕ ਦੀ, ਮਤਲਬ ਇੱਥੋਂ ਪਤਾ ਲੱਗ ਜਾਂਦਾ ਵੀ ਬੁੱਕ ਦੇ ਵਿੱਚ ਕੀ ਕੰਟੈਂਟ ਨੇ, ਪਰ ਫਿਰ ਵੀ ਸਾਨੂੰ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕੀ ਕੁਛ ਇਹਦੇ ਵਿੱਚ ਐਡ ਹੈ, ਕੀ ਤੱਥ ਹੈ ਜਿਹੜੇ ਨਵੇਂ ਰੱਖੇ ਆ ਇਸ ਬੁੱਕ ਦੇ ਵਿੱਚ? देखिए, दो तीन गल्लां बहुत खास है। सबसे पहले आम गल्लां तो चलते हैं, क्योंकि देखो भावें असीं दिल्ली बैठिए किसी जगह बैठिए, चाहे असीं कहने ऑपरेशन ब्लू स्टार दरबार साहब होया, पर ਅੰਮ੍ਰਿਤਸਰ ਦੇ ਲੋਕਾਂ ਨੇ ਵੀ ਸਾਰਿਆਂ ਨੇ ਆਪਣੀ ਅੱਖੀਂ ਤੇ ਆਪਰੇਸ਼ਨ ਬਲੂ ਸਟਾਰ ਨਹੀਂ ਦੇਖਿਆ ਨਾ। ਦਰਬਾਰ ਸਾਹਿਬ ਦੇ ਵਿੱਚ ਇੱਕ ਕੋਨੇ ਤੇ ਬੈਠਾ ਹੈ ਬੰਦਾ ਜੋ ਦੇਖ ਰਿਹਾ, ਹੋ ਸਕਦਾ ਦੂਜੇ ਕੋਨੇ ਬੈਠਾ ਬੰਦਾ ਨਾ ਦੇਖ ਰਿਹਾ। ਇਸ ਕਰਕੇ ਜਦੋਂ ਅਸੀਂ ਕਿਸੇ ਚੀਜ਼ ਨੂੰ ਕਲੈਕਟ ਕਰਦੇ, ਅਸੀਂ ਸਾਰਿਆਂ ਦੇ ਵਿਊਜ਼ ਲੈਂਦੇ ਹਾਂ ਔਰ ਉਸਨੂੰ ਐਨਾਲਾਈਜ਼ ਕਰਦੇ, ਉਸਨੂੰ ਦੇਖਦੇ ਹਾਂ ਕਿ ਬਈ ਕੀ ਹੋਇਆ ਵਾਪਰਿਆ, ਔਰ ਉਸਨੂੰ ਪ੍ਰੂਵ ਕਰਨ ਦੇ ਲਈ ਇੱਕ ਬੰਦੇ ਨੇ ਗੱਲ ਬੋਲੀ, ਦੂਜੇ ਨੇ ਵੀ ਗੱਲ ਬੋਲੀ, ਉਹਦਾ ਤੱਤ ਕੀ ਨਿਕਲਦਾ, ਫਿਰ ਅਸੀਂ ਉਸਨੂੰ ਆਪਣੀ ਨਜ਼ਰ ਨਾਲ ਦੇਖਦੇ, ਤਦ ਅਸੀਂ ਉਹਨੂੰ ਪ੍ਰਮਾਣਿਤ ਕਰਦੇ, ਤਦ ਅਸੀਂ ਲਿਖਦੇ ਹਾਂ। ਇੱਕ ਤਾਂ ਇਸ ਤਰ੍ਹਾਂ ਕਿਤਾਬ ਲਿਖਣ ਦੇ ਮੈਨੂੰ ਘੱਟੋ ਘੱਟ 5 ਸਾਲ ਲੱਗ ਗਏ ਇਹਨਾਂ ਦੋਨਾਂ ਕਿਤਾਬਾਂ ਨੂੰ ਲਿਖਣ ਦੇ ਵਿੱਚ। ਔਰ ਦੂਜੀ ਗੱਲ ਇਹਦੀ ਸਭ ਤੋਂ ਪਹਿਲੀ ਗੱਲ ਇਹ ਕਿ ਮੈਂ ਦੇਹਰਾਦੂਨ ਸੀਗਾ, ਸਭ ਤੋਂ ਪਹਿਲਾਂ ਹੈਰਾਨੀ ਤੇ ਹੋਈ ਜਿਸ ਦਿਨ ਇੰਦਰਾ ਗਾਂਧੀ ਦੀ ਡੈਥ ਹੋਈ ਹੈ 31 ਅਕਤੂਬਰ 1984 ਨੂੰ। ਨਾ ਤੇ ਹਿੰਦੂ ਤੇ ਨਾ ਸਿੱਖ ਕਿਸੇ ਨੂੰ ਕੋਈ ਰੋਸ ਤੇ ਨਹੀਂ ਸੀਗਾ। ਮੈਂ ਤਾਂ ਕਿਸੇ ਨੂੰ ਕੋਈ ਰੋਸ ਦੇਖਿਆ ਨਹੀਂ, ਨਾ ਮੈਂ ਹਿੰਦੂਆਂ 'ਚ ਵੀ ਨਹੀਂ ਦੇਖਿਆ ਕੋਈ ਰੋਸ ਹੋਵੇ। ਔਰ ਸਾਰੇ ਮਤਲਬ ਓਵਰਆਲ ਲਾਈਟਲੀ ਲੈ ਰਹੇ ਸੀ, ਮਰ ਗਈ ਕਿ ਇਹਨੇ ਕਿਹੜਾ ਕੋਈ ਵਧੀਆ ਕੰਮ ਕੀਤਾ, ਇਹਨੇ ਕਿੰਨਿਆਂ ਨੂੰ ਮਾਰਿਆ ਹੈਗਾ। ਇੰਦਰਾ ਗਾਂਧੀ ਅਗਰ ਤੁਸੀਂ ਉਹਦੀ ਹਿਸਟਰੀ ਦੇਖੋਗੇ ਤਾਂ ਇਹਨੇ ਕਿੰਨੇ ਲੀਡਰਸ ਨੂੰ ਮਾਰਿਆ, ਕਿਸੇ ਨੂੰ ਇਹਨੇ ਉੱਠਣ ਨਹੀਂ ਦਿੱਤਾ। ਇਸ ਕਰਕੇ ਹਿੰਦੂਜ਼ ਨੂੰ ਵੀ ਕੋਈ ਖਾਸ ਇਹਦਾ ਗਿਲਾ ਨਹੀਂ ਸੀ ਮਰਨ ਦਾ। ਦੁਪਹਿਰ ਤੱਕ ਸਭ ਨੋਰਮਲ ਚੱਲਦਾ ਰਿਹਾ। दोपहर के बाद थोड़ी जी एक चुपचां अजीब जी खामोशी शहर के अंदर दिखाई देने लगी। ਅਸੀਂ ਵੀ ਘਰੋਂ ਬਾਹਰ ਸੀਗੇ, 2-3 ਵਜੇ ਫਿਰ ਅਸੀਂ ਵੀ ਘਰੇ ਚਲੇ ਗਏ। ਟੀਵੀ ਉਹਨਾਂ ਦੇ ਸਾਡੇ ਕੋਲ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ, ਅਸੀਂ ਔਨ ਕੀਤੇ ਤੇ ਨੋਰਮਲ ਗੱਲਾਂ ਚੱਲ ਰਹੀ ਸੀ, ਕੋਈ ਰੌਲਾ ਰੱਪੇ ਦੀ ਕੋਈ ਖਬਰ ਨਹੀਂ ਸੀ। ਸਾਡੇ ਕੋਲ ਨਿਊਜ਼ ਦੇ ਦੋ ਹੀ ਸੋਰਸ ਹੁੰਦੇ ਸੀ ਉਸ ਜ਼ਮਾਨੇ 'ਚ। ਟੀਵੀ ਦੇ ਉੱਤੇ ਤਾਂ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ। ਟੀਵੀ ਤੇ ਪ੍ਰਾਈਮ ਟੀਵੀ ਦਾ 1 ਘੰਟੇ ਦਾ ਰਾਤੀ ਪ੍ਰੋਗਰਾਮ ਚੱਲਦਾ ਹੁੰਦਾ ਸੀ, ਬਾਕੀ ਦੇ ਦਿਨਾਂ ਦੇ ਕੋਈ ਖਾਸ ਨਹੀਂ ਸੀ ਹੁੰਦੇ। ਨਿਊਜ਼ ਵੀ ਅਸੀਂ ਰਾਤੀ ਦੇਖਦੇ ਸੀ। ਆਲ ਇੰਡੀਆ ਰੇਡੀਓ ਜਾਂ BBC ਰੇਡੀਓ ਦੇ ਉੱਤੇ ਸਾਡੇ ਕੋਲ ਨਿਊਜ਼ ਸੋਰਸ ਹੁੰਦੇ ਸੀ ਜਾਂ ਅਖਬਾਰ ਹੁੰਦੇ ਸੀ। ਅਗਲੇ ਦਿਨ ਮੈਂ ਸਵੇਰੇ ਅਖਬਾਰ ਪੜ੍ਹਿਆ ਤਾਂ ਲੈਫਟ ਹੈਂਡ ਦੇ ਉੱਤੇ ਪਹਿਲੀ ਨੰਬਰ ਤੋਂ ਲੈਫਟ ਹੈਂਡ ਦੇ ਪਹਿਲੇ ਕਾਲਮ ਦੇ ਵਿੱਚ ਸਿਰਫ ਗਾਜ਼ੀਆਬਾਦ ਦੇ ਆਲੇ ਦੁਆਲੇ ਥੋੜੇ ਡਿਸਟਰਬੈਂਸ ਦਾ ਲਿਖਿਆ ਸੀ, ਜਾਂ ਏਮਸ ਦੇ ਵਿੱਚ ਰਾਸ਼ਟਰਪਤੀ ਗਿਆਨ ਜੈਲ ਦੀ ਕਾਰ ਤੇ ਪੱਥਰ ਮਾਰਨ ਦਾ। ਬਾਕੀ ਕਿਸੇ ਕੋਈ ਕਤਲ 31 ਅਕਤੂਬਰ ਦਾ ਕੋਈ ਕਤਲ ਰਿਪੋਰਟਿੰਗ ਵਿੱਚ ਨਹੀਂ ਹੈ। ਜਿੰਨੇ ਕਤਲ ਹੁੰਦੇ ਨੇ 1 ਨਵੰਬਰ ਨੂੰ ਸ਼ੁਰੂ ਹੁੰਦੇ ਨੇ। ਉਹ ਵੀ ਇਸ ਖਬਰ ਦੇ ਬਾਅਦ ਕਾਂਗਰਸ ਹਾਈਕਮਾਨ ਔਰ ਸੈਂਟਰਲ ਗਵਰਨਮੈਂਟ ਔਰ ਨਿਊਜ਼ ਐਂਕਰ ਸਿਰਫ ਇੱਕੋ ਹੀ ਚੀਜ਼ ਦੇ ਰਹੇ ਸੀਗੇ ਕਿ ਜਿੰਨੇ ਕਾਂਗਰਸ ਦੇ ਕਾਉਂਸਲਰ ਕੇ MLA MP ਜੋ ਵੀ ਆਪਣੇ ਸਟੇਟਾਂ ਤੋਂ ਡਿਸਟ੍ਰਿਕਟ ਤੋਂ ਸਾਰੇ ਦਿੱਲੀ ਪਹੁੰਚੇ ਨੇ, ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵਾਪਸ ਜਾਓ, ਆਪਣੇ ਇਲਾਕੇ ਵਿੱਚ ਸ਼ਾਂਤੀ ਬਣਾਓ। ਮੈਂ ਬੜਾ ਹੈਰਾਨ ਸੀ, ਸ਼ਾਂਤੀ ਤਾਂ ਆਲਰੇਡੀ ਸੀਗੀ, ਅਸ਼ਾਂਤੀ ਤਾਂ ਕੋਈ ਸੀਗੀ ਨਹੀਂ। ਇਹ ਕਿੱਦਾਂ ਕਹਿ ਰਹੇ ਸ਼ਾਂਤੀ ਬਣਾਓ? ਸਾਡਾ ਦਿਮਾਗ ਨਹੀਂ ਕੰਮ ਕੀਤਾ ਕਿ ਇਹ ਸ਼ਾਂਤੀ ਬਣਾਉਣ ਲਈ ਭੇਜੇ ਜਾ ਰਹੇ ਨੇ, ਨਾ ਕਿ ਸ਼ਾਂਤੀ ਰੱਖਣ ਦੇ ਲਈ। ਆਪਣੇ ਇਲਾਕੇ ਜਾ ਕੇ ਇਹਨਾਂ ਨੂੰ 72 ਘੰਟੇ ਦਾ ਟਾਈਮ ਦਿੱਤਾ ਕਿ ਆਪਣੇ ਘੰਟੇ ਜਾ ਕੇ ਤੁਹਾਨੂੰ ਪ੍ਰੋਟੈਕਸ਼ਨ ਹੈ ਔਰ ਤੁਸੀਂ ਜੋ ਕਰ ਸਕਦੇ ਹੋ ਕਰੋ। ਇਸ ਤਰ੍ਹਾਂ ਇਹ ਲੋਕ ਕਾਂਗਰਸ ਦੇ ਜਿੰਨੇ ਵੀ ਲੋਕਲ ਲੀਡਰ ਸੀਗੇ ਆਪਣੇ ਇਲਾਕੇ ਵਿੱਚ ਗਏ, ਇਹਨਾਂ ਨੂੰ 72 ਘੰਟੇ ਦਾ ਟਾਈਮ ਦਿੱਤਾ ਗਿਆ ਸੀ। ਇਹ ਸ਼ੁਰੂਆਤ ਹੋਈ ਸੀ ਇੰਝ। ਦੂਜਾ ਅੱਗ ਵਿੱਚ ਕਿਉਂ ਪਾਇਆ ਸੀਗਾ ਅਮਿਤਾਭ ਬੱਚਨ ਨੇ। ਇਹ 31 ਅਕਤੂਬਰ ਰਾਤੀ ਵੇਲੇ ਦਿੱਲੀ ਪਹੁੰਚ ਗਿਆ ਸੀਗਾ। ਰਾਤੀ ਫਿਰ ਤਿਆਰੀ ਕੀਤੀ ਗਈ ਔਰ ਅਗਲੇ ਦਿਨ ਸਵੇਰੇ ਜਦੋਂ ਇੰਦਰਾ ਗਾਂਧੀ ਦੀ ਡੈਡ ਬੋਡੀ ਨੂੰ ਇੱਥੇ ਰੱਖਿਆ ਗਿਆ तीन मूर्ति भवन ਦੇ ਵਿੱਚ, ਜਿਹੜਾ ਜਵਾਹਰ ਲਾਲ ਦਾ ਕਦੀ ਰੈਜ਼ੀਡੈਂਸ ਆਫੀਸ਼ੀਅਲ ਰੈਜ਼ੀਡੈਂਸ ਸੀਗਾ, ਉੱਥੇ ਲਿਆ ਕੇ ਰੱਖਿਆ ਗਿਆ। ਤੇ ਅਮਿਤਾਭ ਬੱਚਨ ਨੇ ਵੀ ਉੱਥੇ ਕੈਮਰਾ ਕਰੂ ਦੂਰਦਰਸ਼ਨ ਦਾ ਪੁੱਜਿਆ ਔਰ ਇਹਨੇ ਬਾਹਾਂ ਖੜੀ ਕਰਕੇ ਜਿੱਦਾਂ ਐਂਗਰੀ ਸਟਾਰ ਸੀਗਾ ਆਪਣੀ ਇਮੇਜ ਦੇ ਵਿੱਚ ਇਹਨੇ ਖੂਨ ਕਾ ਬਦਲਾ ਖੂਨ ਔਰ ਇਹਦਾ ਦੋ ਨਾਰੇ ਨੂੰ ਲਗਾਏ
ਅਸੀਂ ਬੜੇ ਹੈਰਾਨ ਸੀ ਕਿਉਂਕਿ ਅਸੀਂ ਵੀ ਇਹਦੀ ਫਿਲਮਾਂ ਉਸ ਜ਼ਮਾਨੇ ਤੱਕ ਅਸੀਂ ਲੋਕ ਵੀ ਦੇਖਦੇ ਸੀਗੇ। ਅਸੀਂ ਕਮਾਲ ਯਾਰ, ਇਹਨੂੰ ਇੱਕ ਬੰਦੇ ਨੂੰ ਇੱਕ ਕਿਸ ਤਰ੍ਹਾਂ ਮਤਲਬ ਇਹਨੂੰ ਬੰਦੇ ਨੂੰ ਰੰਗ ਬਦਲਦੇ ਅਸੀਂ ਦੇਖਿਆ। ਖੈਰ ਬੜੀ ਹੈਰਾਨੀ ਸੀ। ਮੈਂ ਆਪਣੀ ਅੱਖੀ ਦੇਖਿਆ ਸਰ ਇਸਨੂੰ, ਇਸ ਕਰਕੇ ਕੋਈ ਸੁਣੀ ਸੁਣਾਈ ਗੱਲ ਨਹੀਂ ਕਹਿ ਰਿਹਾ, ਇਹ ਗੱਲ ਕਿ ਧਿਆਨ ਵਿੱਚ ਰੱਖੀ ਜਾਏ। ਔਰ ਇਸੇ ਕਰਕੇ ਮੈਂ ਇਹਦੇ ਖਿਲਾਫ ਐਡੀਲੇਡ ਵਿੱਚ ਆਸਟ੍ਰੇਲੀਆ 'ਚ ਵੀ ਕੇਸ ਕੀਤਾ ਸੀ, ਦਿੱਲੀ ਵੀ ਕੇਸ ਕੀਤਾ, ਸੁਣਵਾਈ ਨਹੀਂ ਹੋਈ, ਇਹ ਇੱਕ ਅਲੱਗ ਚੀਜ਼ ਹੈਗੀ। ਔਰ ਅੱਜ ਵੀ ਮੈਂ ਇਹਦੇ ਖਿਲਾਫ ਖੁੱਲ ਕੇ ਬੋਲਦਾ ਕਿਉਂਕਿ ਮੈਂ ਇਸਨੂੰ ਉੱਥੇ ਲੈ ਜਾ ਕੇ ਖੜਾ ਕਰ ਸਕਦਾ ਜਿੱਥੇ ਇਸਨੇ ਇਹ ਅੱਗ ਲਾਉਣੇ ਨਾਰੇ ਖੂਨ ਕਾ ਬਦਲਾ ਖੂਨ ਦੇ ਲਗਾਏ ਸੀ। ਮੈਂ ਇਹਨੂੰ ਹੱਥ ਫੜ ਕੇ ਉੱਥੇ ਲੈ ਜਾ ਕੇ ਖੜਾ ਕਰ ਸਕਦਾ ਇਸ ਜਗ੍ਹਾ ਦੇ ਉੱਤੇ। ਇਸ ਕਰਕੇ ਸਰ ਇਹਦੇ ਬਾਅਦ ਇਹਨੇ ਇਹ ਜਿਹੜੇ ਇਹ ਜੋ ਦਿੱਲੀ ਦੇ ਵਿੱਚ ਜਗਦੀਸ਼ ਟਾਈਟਲਰ ਨੇ ਕੀਤਾ, ਸੱਜਣ ਕੁਮਾਰ ਨੇ ਕੀਤਾ, ਉਹਨਾਂ ਦੇ ਆਪਣੇ ਆਪਣੇ ਕੌਂਸਟੀਚੁਐਂਸੀ ਸੀਗੀਆਂ, ਆਪਣੇ ਆਪਣੇ ਇਲਾਕੇ ਸੀਗੇ। ਜਿਹਦਾ ਆਪਣੇ ਇਲਾਕੇ ਦਾ ਕੁੱਤਾ ਸ਼ੇਰ ਹੁੰਦਾ ਨਾ, ਇਦਾਂ ਇਹਨਾਂ ਲੋਕਾਂ ਨੇ ਕੁੱਤੇ ਸੀਗੇ ਆਪਣੇ ਆਪਣੇ ਇਲਾਕੇ ਦੇ, ਆਪਣੇ ਇਹਨਾਂ ਨੇ ਉੱਥੇ ਵੱਢ ਖਾਣੀ ਕੀਤੀ ਆਪਣੇ ਆਪਣੇ ਇਲਾਕੇ ਦੇ ਵਿੱਚ, ਉਹ ਵੀ ਪੁਲਿਸ ਪ੍ਰੋਟੈਕਸ਼ਨ ਹੁੰਦੇ ਹੋਏ। ਜੇ ਪੁਲਿਸ ਪ੍ਰੋਟੈਕਸ਼ਨ ਨਾ ਹੁੰਦੀ ਇਹ ਕੁਛ ਨਹੀਂ ਸੀ ਕਰ ਸਕਦੀ। ਪਰ ਅਮਿਤਾਭ ਬੱਚਨ ਨੇ ਪੂਰੇ ਇੰਡੀਆ ਦੇ ਵਿੱਚ ਅੱਗ ਲਗਾਤੀ ਦੂਰਦਰਸ਼ਨ ਦੇ ਥਰੂ। ਦੂਰਦਰਸ਼ਨ ਔਰ ਆਲ ਇੰਡੀਆ ਰੇਡੀਓ ਉੱਤੇ ਬਾਰ-ਬਾਰ ਇਹਦੇ ਪ੍ਰੋਗਰਾਮ ਜਿਹੜੇ ਦਿਖਾਣੇ ਸ਼ੁਰੂ ਹੋ ਗਏ ਅੱਗ ਲਗਾਉਣ ਦੇ ਲਈ। ਇੱਥੋਂ ਸ਼ੁਰੂਆਤ ਹੁੰਦੀ ਹੈ। ਫਿਰ ਉਹ ਮੈਟਰੋ ਸਿਟੀ ਦੇ ਕਰੀਬ 17 ਵੱਡੇ ਸ਼ਹਿਰਾਂ ਦੇ ਵਿੱਚ ਹੋਇਆ ਔਰ ਬਾਕੀ ਸ਼ਹਿਰਾਂ ਦੇ ਵਿੱਚ ਜੋ ਕਤਲੇਆਮ ਮਚਿਆ ਉਹ ਹੁਣ ਤੁਸੀਂ ਦੁਨੀਆ ਜਾਣਦੀ ਹੈ। ਸ਼ੁਰੂਆਤ ਹੋਈ ਇੱਥੋਂ ਦੀ। ਅਜਮੇਰ ਸਿੰਘ ਜੀ, ਮੈਂ ਤੁਹਾਨੂੰ ਰੋਕ ਰਿਹਾ, ਤੁਸੀਂ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਜਿਹੜਾ ਟਾਈਟਲ ਦੇ ਵਿੱਚ ਹੈ, ਇੱਕ ਇਹ ਨਵਾਂ ਤੱਥ ਹੈ ਦਰਸ਼ਕੋ ਜਿਹੜਾ ਹਜੇ ਤੱਕ ਤੁਸੀਂ ਸੁਣਿਆ ਨਹੀਂ ਹੋਣਾ। ਆਪਾਂ ਇਹ ਸੁਣਿਆ ਵੀ ਜਿਹੜਾ ਹਿਟਲਰ ਹੈ ਉਹਨੇ ਯਹੂਦੀ ਮਾਰੇ ਆ, ਉਹ ਗੈਸ ਚੈਂਬਰਾਂ ਦੇ ਵਿੱਚ ਉਹਨਾਂ ਨੂੰ ਇਸ ਹਿਸਾਬ ਨਾਲ ਉਹਦਾ ਜੈਨੋਸਾਈਡ ਕੀਤਾ। ਪਰ ਅਜਮੇਰ ਸਿੰਘ ਰੰਧਾਵਾ ਸਾਹਿਬ ਨੇ ਇਹ ਇੱਥੇ ਇੱਕ ਨਵਾਂ ਜਿਹੜਾ ਅੱਜ ਤੱਕ ਨਹੀਂ ਸਾਹਮਣੇ ਆਇਆ ਸੀ ਵੀ ਜਿਹੜਾ ਦਿੱਲੀ ਕਤਲੇਆਮ ਹੋਇਆ ਉਹਦੇ ਵਿੱਚ ਵਾਈਟ ਫਾਸਫੋਰਸ ਯੂਜ ਹੋਇਆ ਸੀ, ਜਿਹਦੀ ਕੈਮੀਕਲ ਪ੍ਰੋਪਰਟੀ ਹੈ ਵੀ ਉਹ ਬੰਦੇ ਨੂੰ ਮਚਾਉਂਦਾ ਹੈ, ਉਹਨੂੰ ਹੱਡੀਆਂ ਨੂੰ ਵੀ ਉਹਨੂੰ ਰਾਖ ਕਰ ਦਿੰਦਾ ਹੈ। ਤੁਸੀਂ ਇਹਦੇ ਬਾਰੇ ਦੱਸੋ ਜੀ, ਵਾਈਟ ਫਾਸਫੋਰਸ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ ਆਪਦੀ ਬੁੱਕ ਦੇ ਵਿੱਚ। ਇਹ ਬਹੁਤ ਖਾਸ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਿਨ ਹੋਣ ਕਰਕੇ ਔਰ ਸਾਡਾ ਉੱਠਣਾ ਬੈਠਣਾ ਪੜ੍ਹੇ ਲੋਕਾਂ ਦੇ ਲਿਖੇ ਲੋਕਾਂ ਦੇ ਵਿੱਚ ਹੀ, ਮੈਂ ਉਸ ਜ਼ਮਾਨੇ ਵਿੱਚ ਇੰਡੀਅਨ ਮਿਲਟਰੀ ਅਕੈਡਮੀ ਵਾਸਤੇ ਵੀ ਯਤਨਸ਼ੀਲ ਸੀਗਾ ਜੋਬ ਲੈਣ ਦੇ ਲਈ ਉਸ ਤੋਂ ਪਹਿਲਾਂ। ਇਸ ਕਰਕੇ ਮੇਰਾ ਉੱਠਣਾ ਆਰਮੀ ਅਫਸਰ ਤੋਂ ਸਾਰੇ ਇੱਕ ਅੱਛੀ ਕਲਾਸ ਦੇ ਵਿੱਚ ਸੀਗਾ ਔਰ ਦਿਨਾਂ ਦੇ ਵਿੱਚ ਹਾਈ ਕਲਾਸ ਸੁਸਾਇਟੀ ਦੇ ਵਿੱਚ ਔਰ ਪੜ੍ਹੇ ਲਿਖੇ ਲੋਕਾਂ ਦੇ ਮੇਰਾ ਉੱਠਣਾ ਬੈਠਣਾ ਤੇ ਅਸੀਂ ਗੱਲਾਂ ਕਰਦੇ ਸੀ। ਅਸੀਂ ਲੋਕ ਇੱਕ ਗੱਲੋਂ ਬੜੇ ਹੈਰਾਨ ਸੀਗੇ, ਸਾਨੂੰ ਇਹ ਗੱਲ ਦਾ ਪਤਾ ਸੀਗਾ ਕਿ ਸਿੱਖਾਂ ਦੇ ਉੱਤੇ ਸਿਰਫ ਤੇਲ ਛਿੜਕ ਕੇ ਅੱਗ ਨਹੀਂ ਲਗਾਈ ਗਈ, ਟਾਇਰ ਪਾ ਕੇ ਅੱਗ ਨਹੀਂ ਲਗਾਈ ਗਈ, ਇਹਨਾਂ ਦੇ ਉੱਤੇ ਬੋਡੀ ਦੇ ਉੱਤੇ ਕੁਝ ਮਲ ਦਿੰਦੇ ਸੀ, ਕਰੀਮ ਜੀ ਸੀਗੀ, ਉਹਦਾ ਕਲਰ ਉੱਤੇ ਹਲਕਾ ਜਿਹਾ ਜਿੱਦਾਂ ਸਾਨੂੰ ਆਉਂਦਾ ਸੀ ਕਲਰ ਪੱਕਾ ਨਹੀਂ ਕਹਿੰਦੇ ਪਰ ਸ਼ਾਇਦ ਅਸੀਂ ਭੁੱਲੀ ਯਾਦ ਹੈਗੀ, ਸ਼ਾਇਦ ਗੁਲਾਬੀ ਕਹਿੰਦੇ ਸੀ ਪਰ ਮੇਰੇ ਖਿਆਲ ਕਲਰ ਬਾਰੇ ਮੈਂ ਸ਼ੋਰ ਨਹੀਂ ਹਾਂ। ਪਰ ਇਹ ਸੀਗਾ ਹਾਂ ਕਿ ਕੋਈ ਕਰੀਮ ਜੀ ਇਹਦੇ ਮਲ ਦਿੰਦੇ ਸੀ ਔਰ ਉਹ ਅੱਗ ਲੱਗ ਜਾਂਦੀ ਸੀ, ਬੰਦਾ ਉਹ ਅੱਗ ਬੁਝੀ ਨਹੀਂ ਸੀ, ਨਾ ਬੁਝਾ ਸਕਦੀ ਸੀ, ਬੰਦੇ ਦੀ ਹੱਡੀਆਂ ਤੱਕ ਗਲ ਜਾਂਦੇ ਸੀ। ਸਾਨੂੰ ਉਹ ਪਤਾ ਨਹੀਂ ਸੀ ਲੱਗਦਾ, ਅਸੀਂ ਹਰ ਕੋਸ਼ਿਸ਼ ਕੀਤੀ, ਅਸੀਂ ਲੱਭਦੇ ਸੀਗੇ ਜਿੱਦਾਂ ਉਹ ਵਿਆਹ ਸ਼ਾਦੀਆਂ ਦੇ ਵਿੱਚ ਡਿਸ਼ਿਸ ਗਰਮ ਕਰਨ ਲਈ ਥੱਲੇ ਉਹ ਟਿੱਕੀ ਜਿਹੀ ਰੱਖ ਦਿੰਦੇ ਜੋ ਉਹ ਹੋਣਾ, ਪਰ ਸਾਨੂੰ ਕੋਈ ਸੋਰਸ ਨਹੀਂ ਸੀ ਲੱਭਦਾ। ਮੈਂ ਇਕੱਲਾ ਨਹੀਂ ਸੀ ਲੱਭਦਾ, ਮੇਰੇ ਨਾਲ ਹੋਰ ਵੀ ਸੀਗੇ ਕਈ ਅੱਛੇ ਪੜ੍ਹੇ ਲਿਖੇ ਸੱਜਣ ਵੀ ਸੀਗੇ, ਪਰ ਇਸਦਾ ਸਾਨੂੰ ਤੱਕ ਨਹੀਂ ਸੀ ਮਿਲਦਾ ਸੀ ਕਿ ਇਹ ਕੀ ਚੀਜ਼ ਸੀਗੀ ਜਿਹੜੀ ਇਹਦੇ ਉੱਪਰ ਲਗਾ ਦਿੰਦੀ ਸੀ ਬੰਦੇ ਦੇ ਉੱਪਰ ਔਰ ਬੰਦਾ ਤੜੋ ਕੇ ਅੱਗ ਲੱਗ ਜਾਂਦੀ, ਬੰਦਾ ਬੁਝਾ ਨਹੀਂ ਸਕਦਾ ਸੀਗਾ। ਤੇ ਇਹ ਮੈਂ ਇਸ ਕਰਕੇ ਗੱਲ ਹੈ ਬੈਕਗਰਾਊਂਡ ਦੇ ਵਿੱਚ ਕਿਉਂਕਿ ਅਸੀਂ ਇਸ ਨੂੰ ਲੱਭਦੇ ਸੀਗੇ, ਸਾਨੂੰ ਲੱਭਿਆ ਨਹੀਂ ਸੀ। ਤੇ ਨੈਟ ਦੇ ਉੱਤੇ ਜਦੋਂ ਮੈਂ ਦੇਖਿਆ ਕਿ ਇੱਕ ਸਿੱਖ ਬੱਚੇ ਸੀ ਉਸ ਵੇਲੇ 84 ਦੇ ਵਿੱਚ ਯੂਥ, ਤੇ ਕੁੜੀ ਤੇ ਉਹਦਾ ਭਰਾ ਵਗੈਰਾ ਪੇਰੈਂਟ ਉਹ ਕ੍ਰਿਸਚਨ ਬਣ ਗਏ ਸੀਗੇ, ਉਹ ਠਹਿਰੇ ਸੀਗੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਜਿਹੜਾ ਚਰਚ ਹੈਗਾ। ਉਹ ਕੁੜੀ ਕਿਉਂਕਿ ਅਮਰੀਕਨ ਸੀਗੀ ਤੇ ਕੈਮਰਾ ਲੈ ਕੇ ਉਹ ਬਾਹਰ ਘੁੰਮ ਰਹੀ ਸੀ, ਉਹਨੇ ਕੁਝ ਫੋਟੋਗ੍ਰਾਫਸ ਵਗੈਰਾ ਵੀ ਲਏ ਔਰ ਉਹਨੇ ਦੇਖਿਆ, ਜੋ ਉਹਨੇ ਆਪਣੀ ਅੱਖੀ ਦੇਖਿਆ ਉਹਨੇ ਸਾਰਾ ਰਿਕਾਰਡ ਕੀਤਾ। ਫਿਰ ਉਹ USA ਗਈ ਵਾਪਸ, ਉੱਥੇ ਜਾ ਕੇ ਜਦੋਂ ਉਹਨੇ ਵੈਰੀਫਾਈ ਕੀਤਾ ਉਹ ਚੈੱਕ ਕਰਾਈ ਤਾਂ ਪਤਾ ਲੱਗਿਆ ਵਾਈਟ ਫਾਸਫੋਰਸ ਸੀਗਾ। ਹੁਣ ਉਸਨੇ ਆਪਣੀ ਰੈਵਲੇਸ਼ਨ ਦਿੱਤੀ, ਆਮ ਲੋਕਾਂ ਨੇ ਇਸ ਨੂੰ ਗੌਰ ਨਾਲ ਨਹੀਂ ਵੇਖਿਆ, ਹਲਕੇ ਲੈ ਲਿਆ, ਪਰ ਚूंकि ਮੈਂ ਇਸ ਦੀ ਤਲਾਸ਼ ਕਰ ਰਿਹਾ ਸੀਗਾ ਕਿ ਉਹ ਕੀ ਚੀਜ਼ ਹੈ, ਮੇਰੀ ਨਜ਼ਰਾਂ ਨੇ ਇਸ ਨੂੰ ਪਕੜ ਲਿਆ ਔਰ ਮੈਂ ਸਮਝ ਗਿਆ ਕਿ ਇਹ ਉਹੀ ਆਈਟਮ ਹੈਗੀ ਜਿਹਨੂੰ ਅਸੀਂ ਲੱਭਦੇ ਸੀ। ਮੈਂ ਇਸ ਕਰਕੇ ਉਸ ਨੂੰ ਅਪਰੂਵ ਕੀਤਾ ਔਰ ਉਸ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਆਪਣੀ ਕਿਤਾਬ ਦੇ ਵਿੱਚ। ਮੈਂ 6 ਫॉर ਜਸਟਿਸ ਹੈਗੇ USA ਕਰ ਰਹੇ ਹੈਗੇ, ਹੋਰ ਹੈਗੇ ਨੇ ਇਹ ਲੋਕ, ਠੀਕ ਹੈ ਸਿੱਖ ਜੀਨੋਸਾਈਡ ਬਾਰੇ ਕਤਲੇਆਮ ਬਾਰੇ ਬੋਲਦੇ ਹੈਗੇ ਨੇ, ਅਸੀਂ ਸਭ ਭਾਰਤ ਦੇ ਖਿਲਾਫ ਬੋਲਦੇ ਨੇ, ਪਰ ਇਸ ਕ੍ਰਾਈਮ ਦੇ ਉੱਤੇ ਨਾ ਤਾਂ 6 ਫॉर ਜਸਟਿਸ ਨੇ ਇੰਟਰਨੈਸ਼ਨਲ ਕੋਰਟ ਵਿੱਚ ਘਸੀਟਿਆ, ਨਾ ਕਿਸੇ ਹੋਰ ਨੇ। ਇੰਟਰਨੈਸ਼ਨਲ ਜਿਹੜੀ ਸਿੱਖ ਜਥੇਬੰਦੀਆਂ ਨੇ
ਮੋਦੀ ਸਾਹਿਬ ਬਾਹਰ ਜਾਂਦੇ ਨੇ, ਸਾਰੇ ਚਮਚੇਗਰੀ ਕਰਦੇ ਨੇ ਆਪਣੇ ਸੈਲਫ ਇੰਟਰਸਟ ਵਾਸਤੇ, ਬਿਜ਼ਨਸ ਇੰਟਰਸਟ ਵਾਸਤੇ। ਕੋਈ ਇਸ ਗੱਲ ਨੂੰ ਚੁੱਕਦਾ ਨਹੀਂ ਤਾਂ ਭਾਰਤ ਸਰਕਾਰ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਅਜਮੇਰ ਸਿੰਘ ਜੀ, ਸਾਡੀ ਕੋਸ਼ਿਸ਼ ਰਹੇਗੀ ਵੀ ਜਿਹੜੀਆਂ ਇੱਥੇ ਸਿੱਖ ਜਥੇਬੰਦੀਆਂ ਨੇ, ਸਾਡੀਆਂ ਕੋਆਰਡੀਨੇਸ਼ਨ ਕਮੇਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਜੋ ਇੱਥੇ ਲੌਬਿੰਗ ਕਰਦੇ ਨੇ, ਅਸੀਂ ਔਰ ਸਿੱਖ ਫॉर ਜਸਟਿਸ, ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਜੋ ਵੀ ਉਹਨਾਂ ਨੂੰ ਜ਼ਰੂਰਤ ਹੋਈ ਇਸ ਬਾਬਤ ਤੱਥਾਂ ਦੀ, ਅਸੀਂ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਵੀ ਉਹ ਇਸ ਬਾਬਤ ਜਿਹੜਾ ਲੀਗਲੀ ਪੱਖ ਹੈ ਉਹ ਜ਼ਰੂਰ ਆਪਦਾ ਦੁਨੀਆ ਦੇ ਸਾਹਮਣੇ ਰੱਖਣ, ਔਰ ਇਹਨਾਂ ਨੂੰ ਜੋ ਵੀ ਦੋਸ਼ੀ ਹੈ, ਸਟੇਟ ਹੈ ਜਿਹੜੀ ਇਹਨੂੰ ਘਸੀਟਿਆ ਜਾਵੇ। ਸਾਡੀ ਕੋਸ਼ਿਸ਼ ਰਹੇਗੀ, ਕਿਉਂਕਿ ਇਹ ਜਿਹੜੀ ਗੱਲ ਤੁਸੀਂ ਇੱਕ ਨਵਾਂ ਖੁਲਾਸਾ ਕੀਤਾ, ਇਹ ਇਸ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਨਹੀਂ ਪਤਾ ਸੀ। ਅਸੀਂ ਸਿਰਫ ਇਹ ਸਮਝਦੇ ਵੀ ਤੇਲ ਪਾ ਕੇ ਸਾੜਿਆ, ਟਾਇਰ ਪਾ ਕੇ ਸਾੜਿਆ, ਦੈਟਸ ਇਟ। ਇਸ ਬਾਬਤ ਹੁਣ ਤੁਹਾਡੀ ਜੋ ਬੁੱਕ ਹੈ ਇਹਦੇ ਵਿੱਚ ਗੱਲ ਕੀਤੀ ਹੈ, ਸ਼ਾਇਦ ਹੁਣ ਸਾਡਾ ਜਿਹੜੇ ਸਿੱਖ ਹੈ ਜਾਂ ਜਿਹੜੇ ਆਪਾਂ ਕਹਿ ਲਈਏ ਵੀ ਇਨਸਾਨੀਅਤ ਪੱਖੋਂ ਸੋਚਦੇ ਨੇ, ਉਹ ਇਸ ਬਾਬਤ ਥੋੜਾ ਬਹੁਤ ਧਿਆਨ ਦੇਣ। ਆਪਣੇ ਅਜਮੇਰ ਸਿੰਘ ਜੀ, ਇੱਕ ਇਹਦੇ ਬੁੱਕ ਜੀ ਨਹੀਂ, ਮੈਂ ਕਹਿੰਦਾ ਕੌਮੀ ਮਸਲਾ, ਔਰ ਦੇਖੋ ਅਸੀਂ ਐਕਸਪੋਜ਼ ਕਰਦੇ ਹਾਂ। ਤੁਸੀਂ ਜੱਗੀ ਜੌਲ ਦਾ ਕੇਸ ਦੇਖਿਆ, ਜੱਗੀ ਜੌਲ ਦੀ ਕੀ ਗਲਤੀ ਹੈ? ਜੱਗੀ ਜੌਲ ਦੀ UK ਦੀ ਗਲਤੀ, ਉਹਨੇ ਵੈਬਸਾਈਟ 84 ਦੀ ਚਲਾਈ ਸੀ ਔਰ ਇਹ ਮੇਰੇ ਵਾਂਗ ਐਕਸਪੋਜ਼ ਕਰਦਾ ਸੀਗਾ ਨਾ। ਉਹ ਇੰਡੀਆ ਆਇਆ, ਇਹਨਾਂ ਨੇ ਉਹਨੂੰ ਅੰਦਰ ਕਰ ਦਿੱਤਾ ਕਿ ਉਹ ਇਹਨਾਂ ਨੂੰ ਮੌਕਾ ਮਿਲ ਗਿਆ। ਮੈਂ ਇੰਡੀਆ ਦੇ ਵਿੱਚ ਹੈਗਾ, ਮੈਂ ਇੱਥੇ ਬੋਲਦਾ, ਮੈਨੂੰ ਇਸ ਚੀਜ਼ ਦਾ ਕੋਈ ਪਰਵਾਹ ਨਹੀਂ ਕਿ ਮੇਰੇ ਉੱਤੇ ਕੀ ਐਕਸ਼ਨ ਲੈਂਦੇ ਨੇ, ਮੇਰੇ ਉੱਤੇ ਕੀ ਕਰਦੇ ਨੇ। ਸੱਚ ਦਬਿਆ ਨਹੀਂ ਜਾ ਸਕਦਾ, ਚਾਹੇ 1000 ਸੂਰਜ ਚੜ ਜਾਣ ਤਾਂ ਵੀ ਝੂਠ ਸਾਹਮਣੇ ਆਏਗਾ, ਝੂਠ ਨਹੀਂ ਛੁਪ ਸਕਦਾ, ਸੱਚ ਸਾਹਮਣੇ ਆਏਗਾ ਹੀ ਆਏਗਾ। ਔਰ ਮੈਂ ਇਹ ਗੱਲ ਜੇ ਲਿਖੀ ਹੈ, ਮੈਂ ਉਹਨਾਂ ਬੱਚਿਆਂ ਦਾ ਸ਼ੁਕਰਗੁਜ਼ਾਰ ਹਾਂ। ਔਰ ਉਹਨਾਂ ਦਾ DNA ਉਹਨਾਂ ਦਾ ਸਿੱਖੀ ਦਾ ਸੀਗਾ, ਉਹਨਾਂ ਨੂੰ ਦਰਦ ਉਹਨਾਂ ਨੇ ਜੋ ਦੇਖਿਆ, ਉਹਨਾਂ ਨੇ ਆਪਣੀ ਅੱਖੀ ਦੇਖਿਆ, ਔਰ ਮੈਂ ਵੀ ਤਲਾਸ਼ ਵਿੱਚ ਸੀਗਾ, ਇਸ ਕਰਕੇ ਉਸ ਨਜ਼ਰ ਨਾਲ ਮੈਂ ਵੀ ਦੇਖਿਆ ਜੋ ਉਹਨਾਂ ਨੇ ਕੀਤਾ। ਮੇਰੀ ਨਜ਼ਰ ਪਕੜ ਕਰ ਗਈ, ਦੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ, ਕੁਝ ਲੋਕ ਪਕੜ ਕਰ ਗਏ, ਕੁਝ ਨਹੀਂ ਕਰ ਗਏ। ਮੇਰਾ ਸੱਚ ਸਿਰਫ ਇਹ ਸੀਗਾ ਕਿ ਮੈਂ ਜੋ ਸੱਚ ਸਾਹਮਣੇ ਲਿਆਇਆ, ਇਹ ਵੀ ਇਸ ਕਰਕੇ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨਹੀਂ। ਇੱਕ ਨੈਟ ਦੇ ਉੱਤੇ ਮੈਂ ਇੱਕ ਦੇਖ ਰਿਹਾ ਸੀ, ਅੰਮ੍ਰਿਤਸਰ ਦੇ TV ਚੱਲ ਐਂਕਰ ਕੁਝ ਇੰਟਰਵਿਊ ਲੈ ਰਹੇ ਸੀਗੇ, ਮੇਰੇ ਤੋਂ 5-6 ਮਹੀਨੇ ਪੁਰਾਣੀ ਗੱਲ ਹੈ, ਜ਼ਿਆਦਾ ਵੀ ਨਹੀਂ। 84 ਬਾਰੇ ਕੁਐਸਚਨ ਕਰਦੇ, ਯੂਥ ਨੂੰ ਕੁਝ ਪਤਾ ਨਹੀਂ ਸੀ। ਆਈ ਵਾਸ ਵੈਰੀ ਸ਼ੌਕਡ ਕਿ ਇਹ ਕੀ ਹੋ ਰਿਹਾ, ਇਹਨਾਂ ਲੋਕਾਂ ਨੂੰ ਅੱਜ ਦੀ ਡੇਟ 'ਚ 34-35 ਸਾਲ ਬਾਅਦ ਨਹੀਂ ਪਤਾ, ਤੇ 100 ਸਾਲ ਬਾਅਦ ਇਹਨਾਂ ਨੂੰ ਕੀ ਪਤਾ ਹੋਵੇ। ਇਸ ਕਰਕੇ ਮੈਂ ਇਸ ਕਿਤਾਬਾਂ ਨੂੰ ਜਲਦੀ ਲਿਆ ਕੇ ਮਾਰਕੀਟ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਪੈਸਾ ਅੱਛਾ ਲੱਗਿਆ, ਰਿਟਰਨ ਵਾਸਤੇ ਪੈਸੇ ਨਹੀਂ ਹੈ, ਮੇਰੀ ਸਿਰਫ ਇਹ ਜਾਣਕਾਰੀ ਇਹ ਹੈ ਕਿ ਯੂਥ ਨੂੰ ਪਤਾ ਹੋਣਾ ਚਾਹੀਦਾ, ਔਰ ਕੱਲ ਨੂੰ ਅਸੀਂ ਭਾਰਤ ਸਰਕਾਰ ਨੂੰ ਰੂਬਰੂ ਕੁਐਸਚਨ ਕਰ ਸਕੀਏ। ਜਿਹੜੇ ਅੱਜ ਸਾਡੇ NRI ਯੂਥ, ਜਿਹੜੇ ਅੱਜ NRI ਬਾਹਰ ਬੈਠੇ ਨੇ, ਜਿਵੇਂ ਕਨਾਡਾ ਵਿੱਚ ਅਜੀਤ ਸਿੰਘ ਸੱਜਣ ਹੈਗੇ ਨੇ, ਦੂਜੇ ਜਿਹੜੇ ਬੰਦੇ ਪਹੁੰਚੇ ਨੇ, ਮੈਂ ਕਹਿੰਦਾ ਜਿਹੜੇ 84 ਦੇ ਵਿੱਚ ਜਿਹੜੇ ਇੱਥੋਂ ਉਸ ਵੇਲੇ ਆਪਣੀ ਜ਼ਮੀਨਾਂ ਵੇਚ ਕੇ ਇੱਥੋਂ ਗਏ, ਫੋਰਨ ਜਾ ਕੇ ਸੈਟਲ ਹੋਏ, ਉਹਨਾਂ ਨੇ ਮਿਹਨਤ ਕੀਤੀ, ਆਪਣੇ ਬੱਚੇ ਪੜ੍ਹਾਏ। ਅੱਜ ਉਹ ਬੱਚੇ ਇਸ ਲਾਇਕ ਹੋ ਗਏ ਨੇ ਕਿ ਅਸੀਂ ਪੋਸਟਲ ਤੇ ਕਾਬਿਜ਼ ਨੇ, ਔਰ ਭਾਰਤ ਸਰਕਾਰ ਨਾਲ ਰੂਬਰੂ ਹੋ ਕੇ ਗੱਲ ਕਰ ਸਕਦੇ ਨੇ ਅਕ੍ਰੋਸ ਦੀ ਟੇਬਲ ਬੈਠ ਕੇ। ਤਾਂ ਉਹਨਾਂ ਨੂੰ ਇਹ ਗੱਲ ਚੁੱਕਣੀ ਚਾਹੀਦੀ ਹੈ ਕਿ ਭਾਰਤ ਸਰਕਾਰ ਨੇ ਕਿੱਦਾਂ ਕੀਤਾ। ਭਾਰਤ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਹੈ 84 ਵਿੱਚ ਸਿੱਖ ਕਤਲੇਆਮ ਕਿਉਂ ਕੀਤਾ। ਮੈਂ ਇੱਕ ਗੱਲ ਨੂੰ ਪੁੱਛਦਾ, ਮੈਂ ਇੱਥੇ ਵੀ ਕੁਐਸਚਨ ਕਰਦਾ, ਕਿਉਂ ਕੀਤਾ? ਕਿ ਤੁਹਾਨੂੰ ਸਿੱਖ ਨਹੀਂ ਸੀ ਚਾਹੀਦੇ? ਜੇ ਭਾਰਤ ਸਰਕਾਰ ਨੂੰ 84 ਵਿੱਚ ਸਿੱਖ ਨਹੀਂ ਚਾਹੀਦੇ ਸੀ ਤਾਂ ਅੱਜ ਕਿਉਂ ਚਾਹੀਦੇ ਨੇ? ਅੱਜ ਕਿਉਂ ਇੱਕ ਰੈਫਰੈਂਡਮ 2020 ਦਾ ਵਿਰੋਧ ਕਰਦੇ ਨੇ? ਸਿੱਖ ਅੱਡ ਹੋਣਾ ਚਾਹੁੰਦੇ ਨੇ, ਹੋ ਲੈਂਦੇ ਨੇ। ਕਿਉਂ? ਇਹਨਾਂ ਨੂੰ ਸਿਰਫ ਸਾਡੀ ਫਰਟੀਲਾਈਜ਼ ਜ਼ਮੀਨਾਂ ਚਾਹੀਦੀਆਂ, ਸਾਡਾ ਪਾਣੀ ਚਾਹੀਦਾ, ਸਾਡੇ ਯੂਥ ਚਾਹੀਦੀ ਹੈ ਬਾਰਡਰ ਪ੍ਰੋਟੈਕਟ ਕਰਨ ਲਈ। ਇਹਨਾਂ ਨੂੰ ਸਿੱਖੀ ਨਹੀਂ ਚਾਹੀਦੀ ਨਾ, ਇਹਨਾਂ ਨੂੰ ਸਿੱਖਣ ਨੂੰ ਉਦੋਂ ਵੀ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ, ਦਬਾਅ ਲਿਆਉਣ ਥੱਲੇ ਕੋਸ਼ਿਸ਼ ਕੀਤੀ ਸੀ, ਅੱਜ ਵੀ ਦਬਾਅ ਦੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਮਸ਼ੀਨਰੀ ਹੋਈ ਹੈ, ਸੋਚ ਹੋਈ ਹੈ, ਸਰਕਾਰ ਜ਼ਰੂਰ ਬਦਲੇ ਜੀ। ਦੋਸਤੋ, ਅਸੀਂ ਵਾਪਸ ਹਾਜ਼ਰ ਹੋਣੇ 1 ਮਿੰਟ ਦੇ ਕਮਰਸ਼ੀਅਲ ਬ੍ਰੇਕ ਲਈ। ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ।